ਕੇਂਦਰ ਸਰਕਾਰ ਵੱਲੋਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਨਕਾਰ ਕਰਨ ਨੂੰ ਅਣਮਨੁੱਖੀ ਕਰਾਰ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਲਈ ਵੱਡੀ ਮਦਦ ਦਾ ਐਲਾਨ ਕੀਤਾ। ਕੈਪਟਨ ਨੇ ਸ਼ੁੱਕਰਵਾਰ ਨੂੰ ਸੂਬੇ ਦੇ ਹਰ ਉਸ ਕਿਸਾਨ ਦੇ ਪਰਿਵਾਰਕ ਮੈਂਬਰ ਲਈ ਨੌਕਰੀ ਦਾ ਐਲਾਨ ਕੀਤਾ ਜੋ ਇਹਨਾਂ ਕਾਲੇ ਕਾਨੂੰਨਾਂ ਖਿਲਾਫ ਸੰਘਰਸ਼ ਦੌਰਾਨ ਆਪਣੀ ਜਾਨ ਗਵਾ ਚੁੱਕੇ ਨੇ। ਕੈਪਟਨ ਨੇ ਲਾਈਵ ਹੋ ਕੇ ਸੈਸ਼ਨ 'ਚ ਸਵਾਲ ਕਰਦੇ ਹੋਏ ਕਿਹਾ ਹੈ ਕਿ ਕੇਂਦਰ ਸਰਕਾਰ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਕਿਉਂ ਭੱਜ ਰਹੀ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਵਾ ਕੇ ਕਿਸਾਨਾਂ ਨਾਲ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਸਾਰੇ ਸੰਬੰਧਿਤ ਪੱਖਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਹੀ ਨਵੇਂ ਕਾਨੂੰਨ ਬਣਾਉਣੇ ਚਾਹੀਦੇ ਨੇ। ਕੇਂਦਰ ਸਰਕਾਰ ਵੱਲੋਂ ਸਿਰਫ ਆਪਣੇ ਬਹੁਮਤ ਦੇ ਜ਼ੋਰ ਤੇ ਬਿਨਾਂ ਕਿਸੇ ਚਰਚਾ ਤੇ ਸੰਸਦ 'ਚ ਇਹ ਕਾਨੂੰਨ ਪਾਸ ਕਰਵਾਉਣ ਤੇ ਤਿੱਖਾ ਹਮਲਾ ਕਰਦੇ ਹੋਏ ਕੈਪਟਨ ਨੇ ਕਿਹਾ ਹੈ ਕਿ ਇਸ ਦੀ ਕੀਮਤ ਸਾਰਾ ਦੇਸ਼ ਚੁਕਾ ਰਿਹਾ ਹੈ। ਮੁੱਖ ਮੰਤਰੀ ਨੇ ਇਹ ਕਿਹਾ ਹੈ ਕਿ ਦੁੱਖ ਦੀ ਗੱਲ ਤਾਂ ਇਹ ਹੈ ਕਿ ਠੰਡ ਕਾਰਨ ਹਰ ਦਿਨ ਅਸੀਂ ਆਪਣੇ ਕਿਸਾਨਾਂ ਦੀਆਂ ਜਾਨਾਂ ਗਵਾ ਰਹੇ ਹਾਂ ਅਤੇ ਹੁਣ ਤੱਕ ਤਕਰੀਬਨ 76 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਉਹਨਾਂ ਇਹ ਵੀ ਦੱਸਿਆ ਹੈ ਕਿ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਤੋਂ ਇਲਾਵਾ ਉਹਨਾਂ ਦੀ ਸਰਕਾਰ ਵੱਲੋਂ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ। ਮੇਰੇ ਵੀਰੋ ਤੇ ਭੈਣੋ, ਅੱਜ ਫੇਰ ਮੈਂ ਤੁਹਾਡੇ ਨਾਲ ਅੱਜ ਗੱਲਬਾਤ ਕਰਨਾ ਚਾਹੁੰਦਾ ਹਾਂ ਔਰ ਤੁਹਾਡੇ ਕਈ ਸਵਾਲ ਆਏ ਨੇ, ਉਹਨਾਂ ਦਾ ਜਵਾਬ ਵੀ ਮੈਂ ਦੇਣਾ ਔਰ ਮੈਂ ਜਿਹੜੀਆਂ ਗੱਲਾਂ ਮੇਰੇ ਕੁਝ ਦਿਲ ਦੀਆਂ ਨੇ ਉਹ ਵੀ ਤੁਹਾਡੇ ਨਾਲ ਮੈਂ ਪਹਿਲਾਂ ਕਰਨਾ ਚਾਹੁੰਦਾ। ਪਹਿਲੀ ਗੱਲ ਤਾਂ ਇਹ ਹੈ ਜੋ ਸਾਡੇ ਸਾਰੇ ਪੰਜਾਬੀਆਂ ਦੇ ਅੱਜ ਮਨ 'ਚ ਇਹ ਗੱਲ ਵਸੀ ਹੋਈ ਹੈ ਕਿ ਸਾਡੇ ਵੀਰ, ਸਾਡੇ ਭੈਣਾਂ, ਬੱਚੇ ਅੱਜ ਦਿੱਲੀ ਦੇ ਬਾਰਡਰ 'ਤੇ ਬੈਠੇ ਨੇ। ਸਭ ਉਸ ਵਾਸਤੇ ਬੈਠੇ ਨੇ ਕਿ ਜਿਹੜੀ ਇਹ ਸੈਂਟਰ ਦੀ ਸਰਕਾਰ ਹੈ, ਜਿਨ੍ਹਾਂ ਨੇ ਕਾਨੂੰਨ ਸਾਡੇ ਖੇਤੀ ਦੇ ਕੀਤੇ ਨੇ ਬਗੈਰ ਸਾਨੂੰ ਪੁੱਛੇ ਔਰ ਇਹ ਜਾਣਦੇ ਹੋਏ ਕਿ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਇਹ ਕਰਨ ਦਾ, ਕਿਉਂਕਿ ਜਿੱਥੇ ਤਾਈਂ ਖੇਤੀਬਾੜੀ ਦਾ ਸਾਡੇ ਕੌਨਸਟੀਟਿਊਸ਼ਨ ਦੇ ਵਿੱਚ ਆ, ਸੰਵਿਧਾਨ ਦੇ ਵਿੱਚ ਹੈ, ਉਹ ਸਟੇਟ ਦਾ ਸਬਜੈਕਟ ਹੈ, ਉਹਨਾਂ ਦਾ ਸੈਂਟਰ ਦਾ ਸਬਜੈਕਟ ਨਹੀਂ ਹੈ। ਸ਼ਡਿਊਲ 7 ਦਾ 2ਵਾਂ ਹਿੱਸਾ ਦੇ ਵਿੱਚ 2 ਹਿੱਸੇ ਨੇ। ਪਹਿਲਾ ਹਿੱਸਾ ਦੱਸਦਾ ਹੈ ਕਿ ਕਿਹੜੀਆਂ ਚੀਜ਼ਾਂ ਸੈਂਟਰ ਸੰਭਾਲਦੀ ਹੈ ਔਰ ਦੂਜਾ ਹਿੱਸਾ ਦੱਸਦਾ ਹੈ ਕਿ ਸਟੇਟਾਂ ਦੇ ਕੋਲ ਕੀ ਹੈ। ਔਰ ਐਗਰੀਕਲਚਰ, ਖੇਤੀਬਾੜੀ ਸਟੇਟਾਂ ਦਾ ਸਬਜੈਕਟ ਹੈ। ਬਗੈਰ ਸਾਨੂੰ ਪੁੱਛੇ, ਬਗੈਰ ਕਾਨੂੰਨ ਕੁਝ ਬਦਲੇ, ਫਟ ਜਾ ਕੇ ਨਵੇਂ ਕਾਨੂੰਨ ਚੱਕ ਕੇ ਉੱਥੇ ਮਾਰੇ ਔਰ ਹਾਲਾਤ ਇਹ ਬਣਾ ਦਿੱਤੇ। ਅੱਜ ਕਿਸਾਨੀ ਤੁਹਾਡੀ ਉੱਥੇ ਬੈਠੀ ਹੈ। ਕਿਉਂ? ਅੱਜ ਤੁਸੀਂ ਦੇਖਿਆ ਕਿੰਨੇ ਬਜ਼ੁਰਗ ਉੱਥੇ ਬੈਠੇ ਨੇ। ਉਹ ਬਜ਼ੁਰਗ ਆਪਣੇ ਵਾਸਤੇ ਨਹੀਂ ਬੈਠੇ, ਕਿਉਂਕਿ ਉਹਨਾਂ ਦੀ ਤਾਂ 5 ਸਾਲ ਹੈ, ਹੋਰ 4 ਸਾਲ ਨੇ ਜਾਂ 6 ਸਾਲ ਨੇ। ਉਹ ਬੈਠੇ ਨੇ ਤੁਹਾਡੇ ਵਾਸਤੇ, ਬੱਚਿਆਂ ਵਾਸਤੇ, ਨਵੀਂ ਪੀੜ੍ਹੀ ਵਾਸਤੇ ਬੈਠੇ ਨੇ ਕਿ ਜਿਹੜੇ ਇਹ ਕਾਨੂੰਨ ਅਗਰ ਇਹ ਲਾਗੂ ਹੋ ਜਾਣ ਕਿ ਸਾਡੇ ਅਗਲੀ ਪੀੜ੍ਹੀ ਦਾ ਕੀ ਬਣੂਗਾ। ਹੁਣ ਮੈਂ ਮਿਸਾਲ ਦੇ ਤੌਰ 'ਤੇ ਦੱਸਦਾ, MSP ਮਿਲਦੀ ਸੀ ਹਰ ਸਾਲ। ਸਾਡੀ ਪਾਰਟੀ ਜਦੋਂ ਤੋਂ ਇਹ ਸ਼ੁਰੂ ਹੋਈ ਹੈ 1966 ਤੋਂ MSP, ਉਦੋਂ ਤੋਂ ਲਗਾਤਾਰ ਦਿੰਦੇ ਆਏ ਨੇ ਔਰ ਕਿਸੇ ਨੇ ਕਦੇ ਪੁੱਛਿਆ ਹੀ ਨਹੀਂ ਕਿ MSP ਮਿਲੂਗੀ ਜਾਂ ਨਹੀਂ ਮਿਲੂਗੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਾਨੂੰ MSP ਮਿਲੂਗੀ। ਔਰ ਉਹ ਜਿਹੜੀ MSP ਹੈ ਕੀ ਚੀਜ਼ ਹੈ ਕਿ ਜਿਹੜੀ ਤੁਸੀਂ ਹਿੰਮਤ ਕਰਦੇ ਹੋ, ਤੁਸੀਂ ਮਿਹਨਤ ਕਰਦੇ ਹੋ, ਉਹ ਇੱਕ ਸਰਕਾਰ ਇੱਕ ਭਾਅ ਦੱਸਦੀ ਹੈ ਕਿ ਅਸੀਂ ਇਸ ਭਾਅ 'ਤੇ ਖਰੀਦਾਂਗੇ। ਖਰੀਦ ਕੌਣ ਕਰਦਾ ਹੈ? ਫੂਡ ਕਾਰਪੋਰੇਸ਼ਨ। ਫੂਡ ਕਾਰਪੋਰੇਸ਼ਨ ਸਾਡੇ ਆਪਣੇ ਵੀ ਪੰਜਾਬ ਸਰਕਾਰ ਦੇ ਵੀ ਮਹਿਕਮੇ ਨੇ, ਉਹਨਾਂ ਦੇ ਰਾਹੀਂ, ਲੇਕਿਨ ਪੈਸਾ ਸਰਕਾਰ ਗਵਰਨਮੈਂਟ ਆਫ ਇੰਡੀਆ ਦਾ ਹੈ ਔਰ ਉਹ ਕਰਕੇ ਫੂਡ ਕਾਰਪੋਰੇਸ਼ਨ ਚੱਕਦੀ ਹੈ। ਫੂਡ ਮਿਨਿਸਟਰੀ ਸੈਂਟਰ ਸਰਕਾਰ ਦੇ ਕੋਲ ਇਹ ਸਾਰਾ ਕਣਕ, ਝੋਨਾ ਵਗੈਰਾ ਜਾਂਦਾ ਹੈ ਔਰ ਉਹ ਫਿਰ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ 'ਚ ਜਾਂਦਾ ਹੈ ਮਿਨਿਸਟਰੀ ਆਫ ਫੂਡ ਦੇ ਰਾਹੀਂ, ਜਿਹੜੇ ਲੋਕਾਂ ਨੂੰ, ਜਿਹੜੇ ਸਾਡੇ ਗਰੀਬ ਲੋਕ ਬੈਠੇ ਨੇ ਦੇਸ਼ 'ਚ, ਉੱਥੇ ਵੰਡ ਕੇ ਪਾਉਣ ਨੂੰ। MSP ਚੱਕਤਾ, ਮੰਡੀ ਸਿਸਟਮ ਚੱਕਤੀ, ਜਿਹੜਾ ਕੁਛ PDS ਦਾ ਸਿਸਟਮ ਪਤਾ ਨਹੀਂ ਇਹਨਾਂ ਨੇ ਕੈਸੇ ਲਾਗੂ ਰੱਖਣਾ, ਕਿਉਂਕਿ ਅਗਰ FCI ਨਹੀਂ ਰਹੇਗੀ, FCI ਵੀ ਚੱਕਣ ਵਾਸਤੇ ਇਹਨਾਂ ਨੇ ਸਭ ਕੁਛ ਕਰਤਾ। ਫਿਰ ਕੌਣ ਵੰਡੂਗਾ ਗਰੀਬਾਂ ਵਾਸਤੇ? ਔਰ ਇਹ ਹਾਲਾਤ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਸ ਦਿਨ ਇਹ ਬਹਿਸ ਚੱਲ ਰਹੀ ਸੀ ਵਿਧਾਨ ਸਭਾ ਦੇ ਵਿੱਚ, ਉਸ ਦਿਨ ਇੱਕ MLA ਸਾਹਿਬ ਨੇ ਉੱਥੇ ਬਿਆਨ 'ਚ ਦੱਸਿਆ ਸੀ ਕਿ ਉਸ ਦਿਨ ਸਵੇਰੇ ਆਪਣੇ ਹੁਸ਼ਿਆਰਪੁਰ ਦੇ ਵਿੱਚ ਜਿੱਥੇ MSP ਸੀ ਮੱਕੀ ਦੇ ਵਿੱਚ 1800 ਰੁਪਏ, ਉਸ ਜਿਹੜਾ ਕੋਈ ਮੰਡੀ ਦੇ ਵਿੱਚ ਲੈ ਕੇ ਗਿਆ ਸੀ ਉਹਨੂੰ 600 ਰੁਪਏ 'ਤੇ ਵੇਚਣੀ ਪਈ। ਇਹ ਹੋਏਗਾ ਸਾਡੇ ਨਾਲ ਅਗਰ ਇਹ ਗੱਲਾਂ ਹੁੰਦੀਆਂ ਜਿਹੜੀਆਂ ਚਾਹੁੰਦੇ ਨੇ ਇਹ ਸਾਡੇ ਕਿਸਾਨੀ ਦੇ ਨਾਲ ਕਰਨ। ਤਾਂ ਹੀ ਕਿਸਾਨੀ ਅੱਜ ਦਿਖਣੀ ਹੈ ਕਿ ਅੱਜ ਜਿਹੜੇ ਸਾਡੇ 75% ਤਾਂ ਸਾਡੇ ਕਿਸਾਨ, ਕਿਸੇ ਕੋਲ 2 ਏਕੜ ਹੈ, ਕਿਸੇ ਕੋਲ 1 ਕਿੱਲਾ ਹੈ, ਕਿਸੇ ਕੋਲ 1.5 ਕਿੱਲਾ ਹੈ, ਉਹ ਕੈਸੇ ਆਪਣਾ ਗੁਜ਼ਾਰਾ ਕਰਨਗੇ ਅਗਰ ਤੁਸੀਂ ਕੋਈ ਭਾਵ, ਉਹਨਾਂ ਨੂੰ ਪਤਾ ਵੀ ਨਹੀਂ ਕਿ ਸਾਨੂੰ ਮਿਲੂਗਾ ਕੀ। ਅਗਰ ਇਹ ਹੋਣ ਲੱਗ ਜੇ ਉੱਥੇ, ਔਰ ਅੱਜ ਜਿਹੜਾ ਕਣਕ ਦਾ ਜਾਂ ਝੋਨੇ ਦਾ ਤੁਹਾਨੂੰ ਇੱਥੇ ਮਿਲ ਰਿਹਾ ਹੈ,
ਉਹਦਾ ਤੁਹਾਨੂੰ ਖੁੱਲੇ ਮਾਰਕੀਟ ਦੇ ਵਿੱਚ ਇਹ ਜਿਹੜੇ ਵੱਡੇ ਕੋਈ ਆਉਣਗੇ ਖਰੀਦਣ ਨੂੰ, ਉਹ ਤੁਹਾਨੂੰ ਦੇਣ, ਫਿਰ ਤੁਹਾਡੇ ਕੋਲ ਤੁਹਾਨੂੰ ਮਿਲੂਗਾ ਕੀ? ਤੁਹਾਨੂੰ ਜਿੰਨੀ ਤੁਹਾਡੀ ਆਮਦਨ ਆ ਜਾਏ ਉਸ ਤੋਂ ਘੱਟ ਜਾਣੀ ਹੈ। ਤਾਂ ਇਹ ਚੀਜ਼ਾਂ ਇਹਨਾਂ ਨੇ ਬਗੈਰ ਸੋਚੇ ਔਰ ਇੱਥੇ ਜਾ ਕੇ ਲਾਗੂ ਕਰ ਦਿੱਤੀਆਂ, ਔਰ ਸਾਰੀ ਕਿਸਾਨੀ ਅੱਜ ਹਿੰਦੁਸਤਾਨ ਦੀ ਉੱਠੀ ਹੋਈ ਹੈ। 80% ਸਾਡੇ ਹਿੰਦੁਸਤਾਨ ਦੇ ਜਿਹੜੇ ਲੋਕ ਵਸਦੇ ਨੇ ਉਹ ਪਿੰਡਾਂ ਦੇ ਵਿੱਚ ਵਸਦੇ ਨੇ, ਔਰ ਅੱਜ ਇਹਨਾਂ ਨੂੰ ਤਾਂ ਹੀ ਕਿਸਾਨੀ ਅੱਜ ਉੱਥੇ ਬੈਠੇ ਠੰਡ ਦੇ ਵਿੱਚ, ਔਰ ਜਿਸ ਤਰੀਕੇ ਨਾਲ ਬਾਰਿਸ਼ ਆਈ ਸੀ, ਗਿੱਲੀਆਂ ਰਜਾਈਆਂ ਦੇ ਵਿੱਚ ਗਿੱਲੇ, ਉੱਥੇ ਤਰਪਾਲਾਂ ਪਾਈਆਂ ਨੇ, ਤਰਪਾਲ ਪਾਣੀ ਰੋਕਦਾ ਨਹੀਂ, ਔਰ ਉੱਥੇ ਵਿਚਾਰੇ ਗਰੀਬ ਉੱਥੇ ਅੱਗ ਸੇਕਦੇ ਹੋਏ ਉੱਥੇ ਬੈਠੇ ਨੇ ਸਭ ਤੁਹਾਡੇ ਸਾਹਮਣੇ। ਔਰ ਕੀ ਹੋਇਆ? ਨਤੀਜਾ ਇਹ ਨਿਕਲਿਆ, ਆ ਲਓ ਮੇਰੇ ਕੋਲ ਅੱਜ 76 ਲੋਕਾਂ ਦੀ ਇੱਥੇ ਖਬਰ ਆਈ ਹੈ ਕਿ ਇਹ ਸਾਡੇ ਇਸ ਕਿਸਾਨੀ ਦੇ ਅੰਦੋਲਨ ਦੇ ਵਿੱਚ ਪੂਰੇ ਹੋ ਗਏ ਨੇ। ਬਜ਼ੁਰਗ ਹੋਣੇ ਹੈ ਠੰਡ ਦੇ ਵਿੱਚ ਇਸ ਤਰੀਕੇ ਨਾਲ ਜਾਣੇ। ਅਸੀਂ ਆਪਣੇ ਵੱਲੋਂ ਹਰ ਬੰਦੇ ਨੂੰ, ਜਿਹੜੇ ਮੇਰੇ ਕੋਲ 76 ਪਹੁੰਚੇ ਨੇ ਇੱਥੇ, ਮੇਰੇ ਕੋਲ ਕਾਗਜ਼ ਸ਼ਾਇਦ ਹੋਰ ਹੋਣ ਪਰ ਹਾਲੇ ਤੱਕ ਮੇਰੇ ਦਫ਼ਤਰ ਦੇ ਵਿੱਚ 76 ਪਹੁੰਚੇ ਨੇ। ਅਸੀਂ 5-5 ਲੱਖ ਰੁਪਈਆ ਸਾਰੇ ਪਰਿਵਾਰਾਂ ਨੂੰ ਦੇ ਰਹੇ ਹਾਂ ਉਹਨਾਂ ਦੀ ਮਦਦ ਵਾਸਤੇ। ਔਰ ਮੈਂ ਅੱਜ ਐਲਾਨ ਕਰਦਾ ਕਿ ਹਰ ਜਿਹੜਾ ਕਿਸਾਨ ਉੱਥੇ ਸ਼ਹੀਦ ਹੁੰਦਾ ਹੈ ਇਸ ਅੰਦੋਲਨ ਦੇ ਵਿੱਚ, ਉਹਦੇ ਇੱਕ ਬੱਚੇ ਨੂੰ ਅਸੀਂ ਨੌਕਰੀ ਦੇਵਾਂਗੇ, ਸਰਕਾਰ ਦੇਊਗੀ ਆਪਣੀ ਨੌਕਰੀ। ਦੇਸ਼ ਦੁਨੀਆ ਦੀ ਹਰ ਖਬਰ ਤੇ ਨਜ਼ਰ ਰੱਖਣ ਦੇ ਲਈ ਹੁਣ ਸਾਡਾ ਡੇਲੀ ਇੰਟਰਨੈਸ਼ਨਲ ਐਡੀਸ਼ਨ ਪੜ੍ਹਨ ਦੇ ਲਈ ਲੌਗਇਨ ਕਰੋ ਸਾਡੀ ਵੈਬਸਾਈਟ ਤੇ www.apnapunjabmedia.com ਤੇ ਇਸੇ ਦੇ ਨਾਲ ਹੀ ਤੁਸੀਂ ਇੱਥੇ ਸਾਡਾ ਡੇਲੀ ਈ-ਪੇਪਰ ਵੀ ਪੜ੍ਹ ਸਕਦੇ ਹੋ ਤੇ ਜਲਦ ਹੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ।